तो बड़े चिर दी इन्हां सारिਆਂ ਦੀ ਮੰਗ ਸੀਗੀ तो ਅੱਜ ਉਹ ਅਕਾਲ ਪੁਰਖ ਨੇ ਪੂਰੀ ਕੀਤੀ ਹੈ ਔਰ ਅਸੀਂ ਉਹਦਾ ਅੱਜ ਉਦਘਾਟਨ ਕਰਕੇ ਆਏ ਹਾਂ ਔਰ ਤਕਰੀਬਨ 2.5 ਮਹੀਨਿਆਂ ਦੇ ਵਿੱਚ ਇਹ ਕੰਪਲੀਟ ਹੋ ਜਾਊਗਾ ਔਰ ਇੱਥੇ ਕੋਈ 65 ਲੱਖ ਰੁਪਈਆ ਲੱਗਣਾ। ਮੇਰੇ ਮਨ 'ਚ ਇੱਕੋ ਗੱਲ ਹੁੰਦੀ ਆ ਕਿ ਜੇ ਲੋਕਾਂ ਨੇ ਸਾਨੂੰ ਚੁਣਿਆ ਇਸੇ ਕਰਕੇ ਚੁਣਿਆ ਕਿ ਉਹਨਾਂ ਦੇ ਕੰਮ ਕੀਤੇ ਜਾਣ, ਸੜਕਾਂ, ਪੁਲ, ਹੈਲਥ, ਐਜੂਕੇਸ਼ਨ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਮੇਰੀ ਪਹਿਲ ਹੀ ਇਹ ਹਮੇਸ਼ਾ ਰਹੀ ਹੈ। ਉਹ ਵੀ ਸਾਰਾ ਕੁਝ ਇਹਨਾਂ ਦੀ ਦੇਣ ਹੈ, ਮੇਰੀ ਤਾਕਤ ਇਹਨਾਂ ਦੀ ਤਾਕਤ ਹੈ। ਮੇਰੀ ਇੱਕ ਗੱਲ ਸੁਣੋ, 700 ਬੰਦਾ ਮਰ ਗਿਆ, ਕਿਸਾਨ ਉੱਥੇ ਸ਼ਹੀਦ ਹੋ ਗਿਆ ਵਿਚਾਰਾ ਜਿਹੜਾ ਉੱਥੇ ਮੋਰਚਿਆਂ ਤੇ ਬੈਠਾ ਸੀ। ਪਰ ਇਹ ਜੋ ਮਰਜ਼ੀ ਕਰ ਲੈਣ, ਇਸ ਵੇਲੇ ਲੋਕ ਇਹਨਾਂ ਨੂੰ ਜਾਣ ਚੁੱਕੇ ਆ, ਕੋਈ ਇਹਨਾਂ ਨੂੰ ਮੂੰਹ ਨਹੀਂ ਲਾਊਗਾ। ਜ਼ਿਮੀਂਦਾਰ ਜਾ ਕੇ ਪਹਿਲਾਂ ਹੀ ਕਿਸਾਨ ਨੂੰ ਉੱਥੇ ਬੈਠੇ ਸੀ, ਇਹ ਉਸੇ ਦਿਨ ਹੀ ਕਾਨੂੰਨ ਰੱਦ ਕਰਦੇ ਤੇ ਅਸੀਂ ਵੀ ਸਮਝਦੇ ਹਾਂ ਕਿ ਬੀਜੇਪੀ ਨੇ ਕੋ ਕੀਤਾ। ਇੰਨੇ ਤਸ਼ੱਦਦਾਂ ਦੇ ਬਾਅਦ, ਇੰਨੀ ਉਹਨਾਂ ਦੀਆਂ ਕੁਰਬਾਨੀਆਂ ਦੇ ਬਾਅਦ ਇਹ ਕਰਨਾ, ਚਲੋ ਕਰਤਾ ਅਸੀਂ ਤੇ ਫਿਰ ਵੀ ਧੰਨਵਾਦ ਕਰਦੇ ਹਾਂ। ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਲਗਾਤਾਰ ਹੀ ਹਲਕੇ ਦੀ ਵਿਜ਼ਿਟ ਤੇ ਨੇ, ਲਗਾਤਾਰ ਹੀ ਉਦਘਾਟਨਾਂ ਦੀ ਲੜੀ ਜਾਰੂ ਆ। ਗੱਲਬਾਤ ਵੀ ਕਰਾਂਗੇ। ਸਰਕਾਰੀਆ ਸਾਹਿਬ, ਅੱਜ ਫਿਰ ਉਦਘਾਟਨ ਕੀਤੇ ਗਏ ਨੇ, ਕਿੰਨਾ ਚੀਜ਼ਾਂ ਦੇ ਉਦਘਾਟਨ ਕੀਤੇ ਗਏ ਤੁਹਾਡੇ ਵੱਲੋਂ? ਅੱਜ ਕੋਈ ਬਹੁਤੇ ਨਹੀਂਗੇ, ਸੜਕਾਂ ਦੇ ਤੇ ਪਿਛਲੇ ਹਫਤੇ ਕਰਤੇ ਸੀ ਅਸੀਂ ਕੰਪਲੀਟ ਜਿਹੜੀਆਂ, ਕਿਉਂਕਿ ਸੜਕਾਂ ਨੂੰ ਬਣਦਿਆਂ ਵੀ ਟਾਈਮ ਲੱਗਦਾ, ਪਾਸ ਕਰਾਉਣੀਆਂ ਪੈਂਦੀਆਂ। ਕੁਝ ਸੜਕਾਂ ਸਾਡੀਆਂ ਰਹਿ ਗਈਆਂ ਸੀ ਜਿਹੜੀਆਂ ਤਕਰੀਬਨ ਕੋਈ ਮੇਰਾ ਖਿਆਲ ਹੋਣਗੀਆਂ ਕੋਈ 25-30 ਕਿਲੋਮੀਟਰ ਹੋਰ, ਉਹ ਅਗਲੇ ਹਫਤੇ ਉਹਨਾਂ ਦੇ ਟੈਂਡਰ ਕੰਪਲੀਟ ਹੋ ਜਾਣੇ ਆ ਤੇ ਉਹ ਵੀ ਅਗਲੇ ਹਫਤੇ ਕਰ ਦੇਵਾਂਗੇ। ਅੱਜ ਤੇ ਇਹ ਪੁਲ ਦੀ ਬੜੇ ਚਿਰ ਦੀ ਡਿਮਾਂਡ ਸੀਗੀ, ਕਿਉਂਕਿ ਇਸ ਪਿੰਡ ਦੇ ਲੋਕਾਂ ਨੂੰ ਵੀ ਤੇ ਹੋਰ ਪਰਲੇ ਪਿੰਡਾਂ ਵਾਲਿਆਂ ਨੂੰ ਵੀ ਇਹਨਾਂ ਦੀਆਂ ਜ਼ਮੀਨਾਂ ਅਗਲੇ ਬੰਨੇ ਸੀ ਡਰੇਨ ਤੋਂ, ਤੇ ਇਹਨਾਂ ਨੂੰ 7-8 ਕਿਲੋਮੀਟਰ ਉੱਤੋਂ ਦੀ ਵਲ ਕੇ ਜਾਣਾ ਪੈਂਦਾ ਸੀ, ਖਰਚਾ ਵੀ ਵੱਧਦੇ ਸੀਗੇ। ਤੋਂ ਬੜੇ ਚਿਰ ਦੀ ਇਹਨਾਂ ਸਾਰਿਆਂ ਦੀ ਮੰਗ ਸੀਗੀ ਤੋਂ ਅੱਜ ਉਹ ਅਕਾਲ ਪੁਰਖ ਨੇ ਪੂਰੀ ਕੀਤੀ ਹੈ ਔਰ ਅਸੀਂ ਉਹਦਾ ਅੱਜ ਉਦਘਾਟਨ ਕਰਕੇ ਆਏ ਹਾਂ, ਜਿਹਦਾ ਕੰਮ 1 ਨਵੰਬਰ ਨੂੰ ਸ਼ੁਰੂ ਹੋ ਜਾਊਗਾ ਔਰ ਤਕਰੀਬਨ 2.5 ਮਹੀਨਿਆਂ ਦੇ ਵਿੱਚ ਇਹ ਕੰਪਲੀਟ ਹੋ ਜਾਊਗਾ ਔਰ ਇੱਥੇ ਕੋਈ 65 ਲੱਖ ਰੁਪਈਆ ਲੱਗਣਾ। ਸਰਕਾਰੀ ਸਾਹਿਬ, ਹੋਰ ਵੀ ਪਾਰਟੀਆਂ ਦੀਆਂ ਸਰਕਾਰਾਂ ਇਸ ਹਲਕੇ ਦੇ ਵਿੱਚ ਰਾਜ ਰਿਹਾ ਵਾ, ਪਰ ਬਹੁਤ ਸਾਰੇ ਲੋਕਾਂ ਦਾ ਕਹਿਣਾ ਵਿਕਾਸ ਜਦੋਂ ਹੁੰਦਾ ਹੈ ਕਾਂਗਰਸ ਸਰਕਾਰ ਵੇਲੇ ਹੀ ਕਿਉਂ ਹੁੰਦਾ ਹੈ? ਦੇਖੋ, ਗੱਲ ਇਹ ਆਪੋ ਆਪਣੀ ਸੋਚ ਹੁੰਦੀ ਹੈ। ਦੇਖੋ, ਮੇਰੀ ਸੋਚ ਤੇ ਇਹੋ ਹੀ ਆ ਕਿ ਇਲਾਕੇ ਦੀਆਂ ਸੰਗਤਾਂ ਨੇ ਮੈਨੂੰ ਲਗਾਤਾਰ ਪਹਿਲੋਂ ਵੀ 3 ਵਾਰੀ ਬਣਾਇਆ, ਆ ਚੌਥੀ ਪਰਮਾਤਮਾ ਦੀ ਕਿਰਪਾ ਹੋਣੀ ਆ ਔਰ ਇਲਾਕੇ ਦੀ ਸੰਗਤ ਦੀ ਹੋਣੀ ਆ। ਇਲੈਕਸ਼ਨ ਆ ਰਹੀਆਂ, ਮੇਰੇ ਮਨ 'ਚ ਇੱਕੋ ਗੱਲ ਹੁੰਦੀ ਆ ਕਿ ਜੇ ਲੋਕਾਂ ਨੇ ਸਾਨੂੰ ਚੁਣਿਆ ਇਸੇ ਕਰਕੇ ਚੁਣਿਆ ਕਿ ਉਹਨਾਂ ਦੇ ਕੰਮ ਕੀਤੇ ਜਾਣ, ਸਾਂਝੇ ਕੰਮ, ਪਿੰਡਾਂ ਦੇ ਜਿਹੜੇ ਸਾਫ਼ ਸੁਥਰਾ ਪਿੰਡਾਂ ਨੂੰ ਕਰਨਾ, ਲੋਕਾਂ ਨੂੰ ਲਾਅ ਐਂਡ ਆਰਡਰ ਚੰਗਾ ਦੇਣਾ ਔਰ ਜਿੱਥੋਂ ਤੱਕ ਡਿਵੈਲਪਮੈਂਟ ਦੀ ਗੱਲ ਹੈ, ਸੜਕਾਂ, ਪੁਲ, ਹੈਲਥ, ਐਜੂਕੇਸ਼ਨ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਮੇਰੀ ਪਹਿਲ ਹੀ ਇਹ ਹਮੇਸ਼ਾ ਰਹੀ ਹੈ। ਪਹਿਲੋਂ ਸਰਕਾਰ ਬਣੀ ਸੀ ਉਦੋਂ ਮੈਂ MLA ਤਾਂ ਨਹੀਂ ਸੀ, ਮੰਡੀ ਬੋਰਡ ਦਾ ਚੇਅਰਮੈਨ ਬਣਿਆ ਸੀ, ਪਰ ਜੋ ਵੀ ਉਸ ਵੇਲੇ ਮੇਰੇ ਅਧਿਕਾਰ ਖੇਤਰ ਸੀ ਉਹ ਲੋਕਾਂ ਦਾ ਸੀ ਔਰ ਲੋਕਾਂ ਨੂੰ ਦਿੱਤਾ। ਹੁਣ ਵੀ ਜੇ ਮੈਂ ਅੱਜ ਕੈਬਨਿਟ ਮਿਨਿਸਟਰ ਬਣਿਆ, ਇਹਨਾਂ ਦੀ ਬਦੌਲਤੀ ਆ, ਹਲਕੇ ਵਾਲਿਆਂ ਦੀ, ਔਰ ਉਹ ਵੀ ਸਾਰਾ ਕੁਝ ਇਹਨਾਂ ਦੀ ਦੇਣ ਹੈ, ਮੇਰੀ ਤਾਕਤ ਇਹਨਾਂ ਦੀ ਤਾਕਤ ਹੈ। ਸੋ ਮੈਂ ਕੋਈ ਇਹਨਾਂ ਤੇ ਸਾਨ ਨਹੀਂ ਕਰ ਰਿਹਾ, ਮੇਰਾ ਫਰਜ਼ ਬਣਦਾ ਔਰ ਆਪਣਾ ਫਰਜ਼ ਪੂਰਾ ਕਰ ਰਿਹਾ। ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਖੇਤੀ ਕਾਨੂੰਨ ਰੱਦ ਕੀਤੇ ਗਏ ਆ, ਦੂਜੇ ਪਾਸੇ 22 ਦੀਆਂ ਚੋਣਾਂ 'ਚ ਵੀ ਕੁਝ ਮਹੀਨੇ ਰਹਿ ਗਏ, ਤੁਹਾਨੂੰ ਲੱਗਦਾ ਕੋਈ ਨਾ ਕੋਈ ਸਟੈਂਟ ਖੇਡਿਆ ਗਿਆ ਭਾਰਤੀ ਜਨਤਾ ਪਾਰਟੀ ਵੱਲੋਂ? ਦੇਖੋ, ਭਾਰਤੀ ਜਨਤਾ ਪਾਰਟੀ ਨੂੰ ਇਹ ਤੇ ਚਾਨਣ ਹੋ ਗਿਆ ਸੀ ਵੀ ਅਸੀਂ ਇਹ ਜਿਹੜੇ ਗਲਤ ਕਾਨੂੰਨ ਪਾਸ ਕੀਤੇ ਆ, ਕਿਉਂਕਿ ਜਿਹੜੀਆਂ ਪਿਛਲੇ ਸਮੇਂ 'ਚ ਤੁਸੀਂ ਵੇਖੀਆਂ ਜਾਂ ਬਾਈ ਇਲੈਕਸ਼ਨਾਂ ਆਈਆਂ ਸੀ ਔਰ ਉਹਦੇ 'ਚ ਬੁਰੀ ਤਰ੍ਹਾਂ ਲੋਕਾਂ ਨੇ ਇਹਨਾਂ ਨੂੰ ਨਕਾਰਿਆ ਸੀ ਔਰ ਪੰਜਾਬ ਦੇ ਵਿੱਚ ਵੀ ਇਹਨਾਂ ਨੂੰ ਕਿਤੇ ਵੜ ਨਹੀਂ ਦਿੰਦੇ, ਕਿਉਂਕਿ ਕਿਸਾਨੀ, ਪੰਜਾਬ ਇੱਕ ਕਿਸਾਨੀ ਦਾ ਕਿੱਤਾ ਹੈ ਔਰ 60-70% ਲੋਕ ਜਿਹੜੇ ਆ ਇਸ ਕਿੱਤੇ ਨਾਲ ਜੁੜੇ ਆ, ਹਰਿਆਣੇ ਦੇ ਵੀ ਜੁੜੇ ਆ ਔਰ ਇਹ ਸਾਰਿਆਂ ਦੀ ਸਾਂਝੀ ਇੱਕ ਗੱਲ ਸੀ ਕਿ ਤੁਸੀਂ, ਸਾਡਾ ਸਿਸਟਮ ਬੜਾ ਵਧੀਆ ਚੱਲਦਾ, ਜੋ ਪੁਰਾਣਾ ਚੱਲਿਆ ਆਉਂਦਾ ਇਹਨੂੰ ਨਾ ਛੇੜੋ, MSP ਨੂੰ ਹੋਰ ਵੀ ਜਿਹੜੀਆਂ ਚੀਜ਼ਾਂ ਤੇ ਲਾਗੂ ਕਰ ਦਿਓ, ਸਗੋਂ ਇਹ ਸਿਰਫ 2-3 ਫਸਲਾਂ ਤੇ ਹੀ ਅੱਗੇ ਹੈਗੀ ਸੀ, ਤੇ ਇਹ ਕਾਨੂੰਨ ਜਿਹੜੇ ਗਲਤ ਆ ਇਹਨਾਂ ਨੂੰ ਵਾਪਸ ਲਓ। ਉਹ ਵਿਚਾਰਿਆਂ ਨੂੰ ਐਜੀਟੇਸ਼ਨ ਵੀ ਕਰਨੀ ਪਈ, ਸਾਡੀ ਪਾਰਟੀ ਨੇ ਵੀ ਐਸੀ ਜਿੰਨੇ ਜੋਗੇ ਸਾਂ ਉਹਨਾਂ ਦਾ ਸਾਥ ਵੀ ਦਿੱਤਾ, ਸਾਡੇ ਪਿੰਡਾਂ 'ਚੋਂ ਵੀ ਸਾਥੀ ਜਿਹੜੇ ਸੀਗੇ ਸਾਡੇ ਨਾਲ ਸੰਬੰਧ ਤੋਂ ਵੀ ਜਾਂਦੇ ਰਹੇ ਉੱਥੇ ਮੋਰਚਿਆਂ ਦੇ ਵਿੱਚ ਔਰ ਤਕਰੀਬਨ ਸਾਰਿਆਂ ਨੇ, ਸਾਰੀ ਕਮਿਊਨਿਟੀ ਨੇ, ਈਵਨ ਬਾਕੀ ਬਰਾਦਰੀਆਂ ਨੇ ਵੀ ਇਹਨਾਂ ਦਾ ਸਾਥ ਦਿੱਤਾ ਔਰ ਪਰਮਾਤਮਾ ਦੀ ਕਿਰਪਾ ਹੋਈ ਹੈ ਔਰ ਉਹਨਾਂ ਨੂੰ ਚਾਨਣ ਹੋਇਆ ਕਿ ਅਸੀਂ ਗਲਤ ਕੰਮ ਕੀਤਾ ਸੀ, ਲੋਕੀ ਇਸ ਚੀਜ਼ ਦਾ
ਵਿਦਰੋਹ ਕਰ ਰਹੇ ਆ ਤਾਂ ਇਲੈਕਸ਼ਨਾਂ ਨੂੰ ਵੇਖ ਕੇ ਉਹਨਾਂ ਨੇ ਵੀ ਥੋੜਾ ਬਹੁਤਾ ਤੇ ਸੋਚਿਆ ਹੀ ਹੋਊਗਾ ਖਰੇ ਸਾਨੂੰ ਇਸ ਚੀਜ਼ ਦਾ ਕੋਈ ਫਾਇਦਾ ਹੋ ਜਾਊਗਾ। ਕੁਝ ਬੀਜੇਪੀ ਦੇ ਆਗੂ ਇਹ ਕਹਿ ਰਹੇ ਆ ਕਿ ਜਿਹੜਾ ਕਰਤਾਰਪੁਰ ਕੋਰੀਡੋਰ ਖੋਲ੍ਹਿਆ ਗਿਆ ਜਾਂ ਕਾਨੂੰਨ ਰੱਦ ਕੀਤੇ ਆ, ਇਹ ਸਾਰਾ ਸਿਰਾ ਜਿਹੜਾ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਨੂੰ ਜਾ ਰਿਹਾ। ਮੇਰੀ ਇੱਕ ਗੱਲ ਸੁਣੋ, 700 ਬੰਦਾ ਮਰ ਗਿਆ, ਕਿਸਾਨ ਉੱਥੇ ਸ਼ਹੀਦ ਹੋ ਗਿਆ ਵਿਚਾਰਾ ਜਿਹੜਾ ਉੱਥੇ ਮੋਰਚਿਆਂ ਤੇ ਬੈਠਾ ਸੀ ਹੈ। ਜਿਹੜਾ ਕੋਰੀਡੋਰ ਖੋਲ੍ਹਣਾ ਇਹ ਤੇ ਸਾਡੇ ਧਾਰਮਿਕ ਜਜ਼ਬਾਤਾਂ ਨਾਲ ਜੁੜੀ ਸੀ। ਜੇ ਪਹਿਲੋਂ ਖੁੱਲਿਆ ਸੀ, ਚਲੋ ਕਰੋਨਾ ਕਰਕੇ ਉਦੋਂ ਬੰਦ ਹੋਇਆ, ਇਹ ਤੇ ਕਾਫੀ ਦੇਰ ਦਾ ਹੁਣ ਜਿਸ ਤਰ੍ਹਾਂ ਠੀਕ ਸੀਗਾ ਸਿਸਟਮ, ਇਹਨਾਂ ਨੂੰ ਖੋਲ੍ਹ ਦੇਣਾ ਚਾਹੀਦਾ ਸੀ। ਪਰ ਇਹ ਜੋ ਮਰਜ਼ੀ ਕਰ ਲੈਣ, ਇਸ ਵੇਲੇ ਲੋਕ ਇਹਨਾਂ ਨੂੰ ਜਾਣ ਚੁੱਕੇ ਆ, ਕੋਈ ਇਹਨਾਂ ਨੂੰ ਮੂੰਹ ਨਹੀਂ ਲਾਊਗਾ। ਜੇ ਇਹਨਾਂ 'ਚ ਕੋਈ ਹਮਦਰਦੀ ਹੁੰਦੀ, ਕੋਈ ਇਨਸਾਨੀਅਤ ਹੁੰਦੀ, ਤੇ ਜਿੱਦਣ ਜ਼ਿਮੀਂਦਾਰ ਜਾ ਕੇ ਪਹਿਲੋਂ ਹੀ ਕਿਸਾਨ ਨੂੰ ਉੱਥੇ ਬੈਠੇ ਸੀ, ਇਹ ਉਸੇ ਦਿਨ ਹੀ ਕਾਨੂੰਨ ਰੱਦ ਕਰਦੇ। ਤੇ ਅਸੀਂ ਵੀ ਸਮਝਦੇ ਹਾਂ ਕਿ ਬੀਜੇਪੀ ਨੇ ਕੋ ਕੀਤਾ। ਅੱਜ ਇੰਨੇ ਤਸ਼ੱਦਦਾਂ ਦੇ ਬਾਅਦ, ਇੰਨੀ ਉਹਨਾਂ ਦੀਆਂ ਕੁਰਬਾਨੀਆਂ ਦੇ ਬਾਅਦ ਇਹ ਕਰਨਾ, ਚਲੋ ਕਰਤਾ ਅਸੀਂ ਤੇ ਫਿਰ ਵੀ ਧੰਨਵਾਦ ਕਰਦੇ ਹਾਂ, ਪਰ ਕੋਈ ਇਹਦੇ 'ਚ ਇਹ ਸੋਚਣ ਕਿ ਸਾਨੂੰ ਇਹਦਾ ਵੋਟਾਂ 'ਚ ਲਾਹਾ ਮਿਲ ਜੂ, ਉਹ ਨਹੀਂ ਮਿਲ ਸਕਦਾ। ਕੈਪਟਨ ਸਾਹਿਬ ਵੀ ਕਿਤੇ ਨਾ ਕਿਤੇ ਗਠਬੰਧਨ ਕਰਨ ਜਾ ਰਹੇ ਆ ਭਾਰਤੀ ਜਨਤਾ ਪਾਰਟੀ ਨਾਲ, ਕਿਉਂਕਿ ਕਾਨੂੰਨ ਰੱਦ ਹੋ ਗਿਆ, ਇਹੀ ਮੰਗ ਰੱਖੀ ਸੀ ਉਹਨਾਂ ਦੀ। ਦੇਖੋ ਕੈਪਟਨ ਸਾਹਿਬ ਜਿੰਨਾ ਚਿਰ ਤੇ ਕਾਂਗਰਸ ਪਾਰਟੀ ਸੀ, ਮੇਰੇ ਤੇ ਖੈਰ ਉਹਨਾਂ ਨਾਲ ਨਿੱਜੀ ਸੰਬੰਧ ਵੀ ਬੜੇ ਰਹੇ ਆ, 23 ਸਾਲ ਉਹਨਾਂ ਦੇ ਨਾਲ ਰਿਹਾ। ਅੱਜ ਉਹ ਕਾਂਗਰਸ ਪਾਰਟੀ ਛੱਡ ਚੁੱਕੇ ਆ, ਉਹਨਾਂ ਦਾ ਹੁਣ ਨਿੱਜੀ ਫੈਸਲਾ ਆ, ਜੋ ਵੀ ਉਹ ਕਰਨਗੇ ਉਹਨਾਂ ਦੀ ਮਰਜ਼ੀ ਆ, ਅਸੀਂ ਉਹਦੇ 'ਚ ਕੀ ਕਰ ਸਕਦੇ ਹਾਂ। ਤੁਹਾਨੂੰ ਲੱਗਦਾ ਕਾਂਗਰਸ ਦੇ ਵਿੱਚ ਤੇ ਕਾਮਯਾਬ ਹੋਏ ਨਹੀਂ ਆ, ਤਾਂ ਹੁਣ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਵਿੱਚ ਕਾਮਯਾਬ ਹੋਣਗੇ ਕੈਪਟਨ ਸਾਹਿਬ? ਇਹ ਤੇ ਪੰਜਾਬ ਦੇ ਲੋਕਾਂ ਨੇ ਵੇਖਣਾ ਜੀ, ਇਹ ਤੇ ਉਹਨਾਂ ਨੇ ਫੈਸਲਾ ਕਰਨਾ ਆ ਜਦੋਂ ਵੋਟਾਂ ਆਉਂਦੀਆਂ ਕਿ ਕਿਹੜਾ ਬੰਦਾ ਪੰਜਾਬ ਲਈ ਬਿਹਤਰੀ ਕੰਮ ਕਰ ਸਕਦਾ, ਔਰ ਉਸ ਹਿਸਾਬ ਨਾਲ ਆਪਣੀ ਸੋਚ ਦੇ ਨਾਲ ਲੋਕਾਂ ਨੇ ਵੋਟਾਂ ਪਾਉਣੀਆਂ। ਇਹ ਤੇ ਉਹਨਾਂ ਦੀ ਮਰਜ਼ੀ ਆ, ਜੋ ਮਰਜ਼ੀ ਕਰਨ, ਉਹਨਾਂ ਨੂੰ ਖੁੱਲੀ ਹੋਣਾ ਇਸ ਵੇਲੇ। ਜਿਹੜੀ ਭਾਰਤੀ ਜਨਤਾ ਪਾਰਟੀ ਉਹਦਾ ਗਠਬੰਧਨ ਤੇ ਅਕਾਲੀ ਦਲ ਦਾ ਜਿਹੜਾ ਸੀ ਖੇਤੀ ਕਾਨੂੰਨਾਂ ਨੂੰ ਲੈ ਕੇ ਟੁੱਟਾ ਸੀ, ਹੁਣ ਖੇਤੀ ਕਾਨੂੰਨ ਜਿਹੜੇ ਆ ਰੱਦ ਹੋ ਗਏ ਨੇ। ਤੁਹਾਨੂੰ ਲੱਗਦਾ ਹੈ ਕਿ ਜਿਹੜੀ ਅਕਾਲੀ ਦਲ ਹੈ ਦੁਬਾਰਾ ਬੀਜੇਪੀ ਦਾ ਲੜ ਫੜ ਸਕਦੀ ਆ? ਦੇਖੋ ਇਹ ਜਿਹੜੇ ਅਕਾਲੀ ਦਲ ਆ ਨਾ, ਇਹ ਅੰਦਰੋਂ ਪਹਿਲੋਂ ਵੀ ਇਕੱਠੇ ਸੀਗੇ। ਜਦੋਂ ਇਹ ਪਾਸ ਹੋਇਆ ਕਾਨੂੰਨ, ਉਦੋਂ ਬੀਬੀ ਹਰਸਿਮਰਤ ਬਾਦਲ ਵਿੱਚ ਮਿਨਿਸਟਰੀ ਦਾ ਹਿੱਸਾ ਸੀ, ਔਰ ਕੋਈ ਵੀ ਕਾਨੂੰਨ ਜਦੋਂ ਪਾਸ ਕਰਨਾ ਹੁੰਦਾ ਪਹਿਲੋਂ ਕੈਬਨਿਟ ਦੇ ਵਿੱਚ ਪਾਸ ਹੁੰਦਾ, ਉਸ ਤੋਂ ਬਾਅਦ ਇਹਨੂੰ ਪਾਰਲੀਮੈਂਟ ਦੇ ਵਿੱਚ, ਜਿਸ ਤਰ੍ਹਾਂ ਅਸੀਂ ਅਸੈਂਬਲੀ 'ਚ ਲੈ ਕੇ ਜਾਂਦੇ ਆ, ਉੱਥੇ ਪਾਰਲੀਮੈਂਟ 'ਚ ਜਾਂਦਾ। ਪਹਿਲੋਂ ਉੱਥੇ ਕੈਬਨਿਟ ਪਾਸ ਕਰਦੀ, ਉੱਥੇ ਸਾਰਿਆਂ ਦੀ ਮੋਹਰ ਲੱਗਦੀ ਆ ਕੈਬਨਿਟ ਮਿਨਿਸਟਰਾਂ, ਉਹਦੇ 'ਚ ਇਹਦੇ ਸਾਈਨ ਸੀ, ਇਹਨੇ ਆਪ ਹਾਂ ਭਰੀ ਸੀ ਉਦੋਂ। ਤੇ ਬਾਅਦ 'ਚ ਜਦੋਂ ਉਹਨਾਂ ਵੇਖਿਆ ਕਿ ਲੋਕਾਂ ਦਾ ਵਿਦਰੋਹ ਹੋਇਆ, ਡਰਾਮਾ ਜਿਹਾ ਰਚ ਕੇ ਉਹਨਾਂ ਨੂੰ ਛੱਡਤਾ ਜੀ, ਅਸੀਂ ਵਾਪਸ ਲੈਂਦੇ ਹਾਂ, ਅਸੀਂ ਰਿਜ਼ਾਈਨ ਵੀ ਦੇ ਦਿੱਤਾ। ਪਰ ਅੰਦਰ ਖਾਤੇ ਇਹਨਾਂ ਦੀ ਮਿਲੀ ਭੁਗਤ ਆ, ਪਤਾ ਨਹੀਂ ਕੁਝ ਵੀ ਕਰ ਸਕਦੇ ਆ, ਇਹ ਰੱਬ ਹੀ ਜਾਣਦਾ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਜਿਹੜੇ ਕਰਤਾਰਪੁਰ ਕੋਰੀਡੋਰ ਦੇ ਸਾਡੇ ਵੀਜ਼ੇ ਕੈਂਸਲ ਕੀਤੇ ਗਏ ਆ, ਉਹ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੇ ਰਲ ਕੇ ਕੀਤੇ ਗਏ ਆ। ਦੇਖੋ ਵੀਜ਼ਿਆਂ ਦਾ ਕੰਮ ਹੁੰਦਾ ਸੈਂਟਰ ਗਵਰਨਮੈਂਟ ਦਾ, ਉਹਦੇ 'ਚ ਕਾਂਗਰਸ ਨੇ ਹੀ ਕਰਨਾ। ਕਾਂਗਰਸ ਦੀ ਸਰਕਾਰ ਤੇ ਪੰਜਾਬ 'ਚ ਆ, ਸਾਡੇ ਤੇ ਸਾਰੇ ਮਿਨਿਸਟਰਾਂ ਨੂੰ ਨਹੀਂ ਪਹਿਲੇ ਦਿਨ ਮਿਲੇ, ਤੇ ਅਸੀਂ ਉਹਨਾਂ ਦੇ ਰਿਜੈਕਟ ਕੀ ਕਰਾਉਣੇ। 2022 ਦੇ ਵਿੱਚ ਕਿਹਦੀ ਸਰਕਾਰ ਆ ਰਹੀ ਹੈ? ਬਾਬਾ ਮਿਹਰ ਕਰੂਗਾ ਜੀ, ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ। ਸੋ ਇਹ ਸਨ ਪੰਜਾਬ ਦੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਜਿਨ੍ਹਾਂ ਦਾ ਕਹਿਣਾ ਹੈ ਕਿ ਜੋ ਖੇਤੀ ਕਾਨੂੰਨ ਰੱਦ ਕੀਤੇ ਗਏ ਨੇ, ਉਹ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਜਿਹੜਾ ਸੀਗਾ ਲੰਬੇ ਸਮੇਂ ਤੋਂ ਐਜੀਟੇਸ਼ਨ ਕੀਤੇ ਜਾ ਰਹੇ ਸੀ, ਉਸ ਦਾ ਫਲ ਕਿਸਾਨਾਂ ਨੂੰ ਮਿਲਿਆ ਹੋਇਆ ਹੈ। ਤਾਂ ਜਿਹੜੇ ਕਿਸਾਨ 700 ਤੋਂ ਵੱਧ ਸ਼ਹੀਦ ਹੋ ਗਏ ਨੇ, ਉਹ ਵੀ ਕਿਤੇ ਨਾ ਕਿਤੇ ਬੀਜੇਪੀ ਨੂੰ ਯਾਦ ਰੱਖਣੇ ਚਾਹੀਦੇ ਨੇ। ਕੈਮਰਾਮੈਨ ਮਣੀ ਦੇ ਨਾਲ ਜਗਤਾਰ ਸਿੰਘ ਮਾਲਾ, ਸਕਾਈ ਨਿਊਜ਼ ਪੰਜਾਬ, ਅੰਮ੍ਰਿਤਸਰ।